ਵੀਰ ਬਾਲ ਦਿਵਸ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਹਾੜੇ ਚੱਲਣ ਦੇ ਆ ਤੇ ਮੁਸਲਮਾਨ ਕੀ ਸੋਚਦੇ ਆ। ਪਹਿਲੇ ਆਪਾਂ ਵੀਡੀਓ ਦੇਖਨੇ ਆ, ਫਿਰ ਆਪਾਂ ਗੱਲਬਾਤ ਕਰਦੇ ਆ। ਇਸ ਤੋਂ ਪਹਿਲੇ ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਚਲੋ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਖਾਸ ਕਰ ਸਿੱਖ ਪੰਥ ਦੇ ਲੋਕਾਂ ਨੂੰ ਵੀ ਔਰ ਪੂਰੀ ਦੁਨੀਆ 'ਚ ਵਾਸਤੇ ਪੰਜਾਬੀਆਂ ਨੂੰ ਵੀ, ਬੱਚਿਆਂ ਨੂੰ ਇਹ ਦੱਸਣਾ ਹੈ ਕਿ ਸ਼ਹਾਦਤ ਦਾ ਮਕਸਦ ਕੀ ਹੈ, ਇਹਦੀ ਰਿਵਾਇਤਾਂ ਕੀ ਨੇ। ਅੱਛਾ, ਜਦ ਤੱਕ ਮਕਸਦ ਜ਼ਿੰਦਾ ਰਹੇਗਾ ਤੇ ਸਮਝੋ ਕਿ ਤੁਹਾਡੀ ਸੱਚੀ ਸ਼ਰਧਾ ਜਿਹੜੀ ਹੈ ਉਹ ਕਾਇਮ ਰਹੇਗੀ। ਤੇ ਮਕਸਦ ਤਾਂ ਇੱਕੋ ਹੀ ਸੀ ਕਿ ਅਸੀਂ ਆਪਣੀ ਅਣਖ ਦੇ ਨਾਲ ਜੀਣ ਦਾ ਸੁਨੇਹਾ ਜਿਹੜਾ ਹੈ ਉਹ ਆਪਣੀ ਕੌਮ ਨੂੰ ਦੇਈਏ। ਤੁਸੀਂ ਇਹ ਦੇਖੋ ਕਿ ਜਿਸ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਹੈ, ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਤਾਂ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਟੀਚਾ ਕੀ ਹੈ ਜਾਂ ਮਕਸਦ ਕੀ ਹੈ। ਲੇਕਿਨ ਇਹ ਦੇਖੋ ਕਿ ਗੁਰੂ ਪਿਤਾ ਦੇ ਪੁੱਤਰਾਂ ਨੇ ਆਪਣੇ ਪਿਤਾ ਦਾ ਜਿਹੜਾ ਮਕਸਦ ਸੀਗਾ ਉਹਦੇ ਲਈ ਸ਼ਹਾਦਤ ਦਿੱਤੀ। ਇਹ ਜਿਹੜੀ ਸ਼ਹਾਦਤ ਹੈ ਇਹ ਸਿਰਫ ਇਸ ਲਈ ਨਹੀਂ ਕਿ ਯਾਦ ਕਰਕੇ ਆਂਸੂ ਅੱਖਾਂ ਜਾਣ, ਬਲਕਿ ਇਸ ਲਈ ਹੈ ਕਿਉਂਕਿ ਇਹ ਸਾਡੀ ਜਿੱਦਾਂ ਫਤਿਹਗੜ੍ਹ ਸਾਹਿਬ ਹੈ, ਇਹ ਪੰਜਾਬੀਆਂ ਦੇ ਲਈ ਯੂਨੀਵਰਸਿਟੀ ਦਾ ਦਰਜਾ ਰੱਖਦਾ ਹੈ। ਯਾਨੀ ਇਹ ਸਾਨੂੰ ਸ਼ਹਾਦਤ ਹੋਈ ਕਿੱਦਾਂ, ਇਹ ਬਹੁਤ ਬੜੀ ਬਾਤ ਹੈ, ਲੇਕਿਨ ਸ਼ਹਾਦਤ ਦਿੱਤੀ ਕਿਉਂ, ਇਹ ਉਸ ਤੋਂ ਵੀ ਵੱਡੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਆਪਾਂ ਇੱਕ ਗੱਲ ਨੂੰ ਤਾਂ ਤੈਅ ਕਰ ਲਈ ਕਿ ਕੋਈ ਧਰਮ ਬੁਰਾ ਨਹੀਂ ਹੁੰਦਾ। ਅਗਰ ਕੋਈ ਮੁਖਬਰੀ ਕਰਨ ਵਾਲਾ ਹੈ ਤੇ ਫਿਰ ਉसी ਧਰਮ ਦੇ ਲੋਕ ਜਿਹੜੇ ਨੇ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸੰਸਕਾਰ ਕਰਨ ਵਾਲੇ ਨੇ। ਅਗਰ ਗਲਤ ਫੈਸਲਾ ਕਰਨ ਵਾਲਾ ਕਾਜ਼ੀ ਹੈ ਤੇ ਉसी ਧਰਮ ਦਾ ਨਵਾਬ ਮਲੇਰਕੋਟਲਾ ਉਹਦੇ ਲਈ ਹਾਂ ਦਾ ਨਾਰਾ ਮਾਰਨ ਵਾਲਾ ਹੈ। ਅਗਰ ਕੋਈ ਗਲਤ ਕੰਮ ਕਰਵਾ ਰਿਹਾ ਹੈ ਸੂਬਾ ਸਰਹੰਦ ਤੇ ਉसी ਧਰਮ ਦੇ ਮੰਨਣ ਵਾਲੇ ਨਬੀ ਖਾਂ ਤੇ ਗਨੀ ਖਾਂ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ। ਇਹਦਾ ਮਤਲਬ ਇਹ ਹੈ ਕਿ ਅਸੀਂ ਕੁਝ ਲੋਕਾਂ ਦਾ ਜਿਹੜਾ ਬੁਰਾ ਕਿਰਦਾਰ ਹੁੰਦਾ ਉਹਨੂੰ ਅਸੀਂ ਸਾਹਮਣੇ ਰੱਖ ਕੇ ਕਿਸੇ ਪੂਰੇ ਧਰਮ ਦੇ ਲੋਕਾਂ ਨੂੰ ਕਦੀ ਵੀ ਨਿੰਦਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਦੋ ਧਿਰਾਂ ਦਾ ਫੈਸਲਾ ਹੈ। ਇੱਕ ਧਿਰ ਜਿਨ੍ਹਾਂ ਸਾਡੀ ਰਿਸ਼ਤੇਦਾਰੀ ਹੈ ਜਾਂ ਉਹ ਸਾਡੇ ਧਰਮ ਦੇ ਹੈ ਔਰ ਉੱਥੇ ਫਿਰ ਹੱਕ ਔਰ ਸੱਚ ਦੇ ਲਈ ਦੂਜਾ ਮਜ਼ਲੂਮ ਬੰਦਾ ਮਰਦਾ ਤੇ ਅਸੀਂ ਚੁੱਪ ਹੋ ਜਾਂਦੇ ਤੇ ਇਹਦਾ ਮਤਲਬ ਫਿਰ ਅਸੀਂ ਹਜੇ ਸ਼ਹਾਦਤ ਦੇ ਫਲਸਫੇ ਨੂੰ ਨਹੀਂ ਸਮਝੇ। ਜਾਂ ਫਿਰ ਕੋਈ ਸਾਡੇ ਤੋਂ ਬਹੁਤ ਤਕੜਾ ਧਨਾਲ ਬੰਦਾ ਕਿਸੇ ਦੇ ਨਾਲ ਜ਼ੁਲਮ ਕਰਦਾ ਔਰ ਲੋਕਾਂ ਦੇ ਵਾਂਗੂ ਅਸੀਂ ਵੀ ਚੁੱਪ ਹੋ ਕੇ ਖੜੇ ਦੇਖਦੇ ਰਹਿੰਦੇ, ਉਸ ਜ਼ੁਲਮ ਨੂੰ ਹੋਣ ਦਿੰਦੇ ਆ, ਇਹਦਾ ਮਤਲਬ ਫਿਰ ਅਸੀਂ ਜੇ ਸ਼ਹਾਦਤ ਦੇ ਫਲਸਫੇ ਨੂੰ ਨਹੀਂ ਸਮਝੇ। ਸ਼ਹਾਦਤ ਦਾ ਫਲਸਫਾ ਕਿਸੇ ਦਿਨ ਦਾ ਮੁਹਤਾਜ ਨਹੀਂ ਹੈ। ਸ਼ਹਾਦਤ ਦਾ ਫਲਸਫਾ ਤਾਂ ਤੁਹਾਡੇ ਵਿਵਹਾਰ ਦੇ ਵਿੱਚ ਪਾਇਆ ਜਾਂਦਾ ਹੈ। ਸ਼ਹੀਦੀ ਜੋੜ ਮੇਲ ਚੱਲ ਰਿਹਾ ਤੇ ਇਹ ਸਪਤਾਹ ਸਿੱਖਾਂ ਦੇ ਵਾਸਤੇ ਹੀ ਨਹੀਂ, ਬਾਕੀ ਹੋਰ ਵੀ ਧਰਮਾਂ ਦੇ ਲੋਕਾਂ ਵਾਸਤੇ ਬਹੁਤ ਅਹਿਮ ਹੁੰਦਾ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਜੋਤੀ ਜੋਤ ਸਮਾਏ ਸੀਗੇ। ਠੰਡੇ ਬੁਰਜ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ। ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦੀ ਹੋ ਗਈ ਸੀ। ਤੇ ਇਹ ਸਪਤਾਹ ਦੇ ਵਿੱਚ ਸਾਰੇ ਲੋਕਾਂ ਦੇ ਮਨ ਉਦਾਸ ਹੁੰਦੇ ਨੇ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਚੱਲਦੇ ਨੇ। ਤਾਂ ਸਿਰਫ ਕੀ ਸਿੱਖ ਕੌਮ ਦੇ ਵਾਸਤੇ ਹੀ ਇਹਨਾਂ ਦੀ ਸ਼ਹਾਦਤ ਅਹਿਮੀਅਤ ਰੱਖਦੀ ਹੈ ਜਾਂ ਇਹ ਸਪਤਾਹ ਅਹਿਮੀਅਤ ਰੱਖਦਾ ਹੈ ਜਾਂ ਹੋਰ ਧਰਮਾਂ 'ਤੇ ਵੀ, ਤੇ ਬਾਕੀ ਲੋਕ ਉਹਨਾਂ ਦੀ ਸ਼ਹੀਦੀ ਨੂੰ ਕਿਸ ਤਰ੍ਹਾਂ ਦੇਖਦੇ ਨੇ, ਇਸ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਸਿਰਫ ਸਿੱਖਾਂ ਵਾਸਤੇ ਸਪਤਾਹ ਅਹਿਮ ਹੁੰਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲਾ, ਕਿ ਬਾਕੀ ਕੌਮਾਂ ਕਿਸ ਤਰ੍ਹਾਂ ਦੇਖਦੀਆਂ ਇਸ ਨੂੰ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਸ਼ਖਸੀਅਤ ਹੈ ਉਹ ਸਿਰਫ ਸਿੱਖ ਪੰਥ ਦੇ ਲਈ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ ਦੇ ਲਈ ਔਰ ਖਾਸ ਕਰਕੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਲਈ, ਚਾਹੇ ਉਹ ਪੰਜਾਬੀ ਕਿਸੇ ਵੀ ਧਰਮ ਤੋਂ ਸੰਬੰਧ ਰੱਖਦੇ ਨੇ, ਹਮੇਸ਼ਾ ਤੋਂ ਉਹਨਾਂ ਦੇ ਲਈ ਬੜੀ ਹੀ ਕਾਬਿਲ ਇਹਤਰਾਮ ਸ਼ਖਸੀਅਤ ਰਹੀ। ਉਹਨਾਂ ਨੇ ਜਿਹੜੀ ਕੁਰਬਾਨੀ, ਜਿਹਨੂੰ ਅਸੀਂ ਲਾਸਾਨੀ ਕੁਰਬਾਨੀ ਕਹਿ ਸਕਦੇ ਹਾਂ, ਉਹ ਜਿਹੜੀ ਦਿੱਤੀ ਉਹ ਆਪਣੇ ਲਈ ਨਹੀਂ ਦਿੱਤੀ ਬਲਕਿ ਦੂਸਰਿਆਂ ਦੇ ਲਈ ਦਿੱਤੀ ਔਰ ਖਾਸ ਕਰਕੇ ਇਨਸਾਨੀਅਤ ਨੂੰ ਬਾਕੀ ਰੱਖਣ ਦੇ ਲਈ, ਹੱਕ ਔਰ ਸੱਚ ਦੀ ਆਵਾਜ਼ ਨੂੰ ਜ਼ਿੰਦਾ ਰੱਖਣ ਦੇ ਲਈ ਇਹ ਜਿਹੜੀ ਕੁਰਬਾਨੀ ਜਿਹੜੀ ਹੈ ਉਹ ਦਿੱਤੀ ਗਈ। ਇਸ ਲਈ ਇਸ ਕੁਰਬਾਨੀ ਨੂੰ, ਇਸ ਸ਼ਹਾਦਤ ਨੂੰ ਜਿਹੜੇ ਉਹ ਸਰਬ ਧਰਮਾਂ ਦੇ ਲੋਕ ਜਿਹੜੇ ਉਹ ਸਤਿਕਾਰ ਦੇ ਨਾਲ ਯਾਦ ਕਰਦੇ ਨੇ। ਵੀਰ ਬਾਲ ਦਿਵਸ ਸਰਕਾਰ ਨੇ ਵੀ ਐਲਾਨ ਕੀਤਾ ਕਿ ਉਹਨਾਂ ਦੀ ਸ਼ਹੀਦੀ ਦੇ ਵੀਰ ਬਾਲ ਦਿਵਸ ਮਨਾਇਆ ਜਾਵੇ। ਤੁਹਾਨੂੰ ਕੀ ਲੱਗਦਾ ਹੈ, ਇੰਨਾ ਕੁ ਬਹੁਤ ਹੈ ਜਾਂ ਹੋਰ ਵੀ ਕੁਝ ਹੋਣਾ ਚਾਹੀਦਾ ਸੀ? ਦੇਖੋ, ਜਿੱਥੇ ਤੱਕ ਸਰਕਾਰਾਂ ਦਾ ਮਸਲਾ ਹੈ ਉਹ ਆਪਣੀ ਜਗ੍ਹਾ ਹੈ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੀ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ
ਇਸ ਸ਼ਹਾਦਤ ਨੂੰ ਬਤੌਰ ਰਸਮ ਯਾਦ ਨਹੀਂ ਕੀਤਾ ਜਾਂਦਾ, ਬਲਕਿ ਅਸੀਂ ਇਹਨੂੰ ਰਵਾਇਤਾਂ ਦੇ ਤੌਰ ਦੇ ਉੱਤੇ ਯਾਦ ਵੀ ਰੱਖਣਾ ਹੈ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਕਰਨੀ ਹੈ। ਖਾਸ ਕਰ ਤੁਸੀਂ ਇਹ ਦੇਖੋ ਕਿ ਜਿਸ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ, ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਤਾਂ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਟੀਚਾ ਕੀ ਹੈ ਜਾਂ ਮਕਸਦ ਕੀ ਹੈ। ਲੇਕਿਨ ਇਹ ਦੇਖੋ ਕਿ ਗੁਰੂ ਪਿਤਾ ਦੇ ਪੁੱਤਰਾਂ ਨੇ ਆਪਣੇ ਪਿਤਾ ਦਾ ਜਿਹੜਾ ਮਕਸਦ ਸੀਗਾ ਉਹਦੇ ਲਈ ਸ਼ਹਾਦਤ ਦਿੱਤੀ। ਨਾ ਸਿਰਫ ਜ਼ਾਲਿਮ ਹੁਕਮਰਾਨਾਂ ਦੇ ਸਾਹਮਣੇ ਡਟ ਕੇ ਖੜੇ ਹੋਏ, ਬਲਕਿ ਉਹਨਾਂ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਔਰ ਉਹਦੇ ਬਾਅਦ ਫਿਰ ਉਸਦੇ ਲਈ ਆਪਣੀ ਸ਼ਹਾਦਤ ਤੱਕ ਦੇ ਦਿੱਤੀ। ਇਹਦਾ ਮਤਲਬ ਕਿ ਇਹ ਜਿਹੜੀ ਸ਼ਹਾਦਤ ਹੈ ਸਾਹਿਬਜ਼ਾਦਿਆਂ ਦੀ, ਇਹ ਸਾਨੂੰ ਇੱਕ ਬਾਰ-ਬਾਰ ਸੁਨੇਹਾ ਦੇ ਰਹੀ ਹੈ ਔਰ ਖਾਸ ਕਰ ਪੂਰੇ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਇੱਕ ਸੁਨੇਹਾ ਬਾਰ-ਬਾਰ ਦਿੰਦੀ। ਇਹਦਾ ਸੁਨੇਹਾ ਹੈ ਕਿ ਅਸੀਂ ਜਾਬਰ ਹੁਕਮਰਾਨਾਂ ਦੇ ਅੱਗੇ ਕਦੀ ਚੁੱਪ ਨਹੀਂ ਰਹਿਣਾ, ਅਸੀਂ ਕਦੀ ਜ਼ੁਲਮ ਦੇ ਅੱਗੇ ਹਾਰ ਨਹੀਂ ਮੰਨਣੀ, ਅਸੀਂ ਕਦੀ ਝੂਠ ਦਾ ਸਾਥ ਨਹੀਂ ਦੇਣਾ, ਅਸੀਂ ਸੱਚ ਕਹਿਣ ਦੇ ਲਈ ਕਦੀ ਹਾਲਾਤ ਦੀ ਔਰ ਹੁਕਮਰਾਨਾਂ ਦੀ ਜਾਂ ਮੌਸਮ ਦੀ ਕਦੀ ਪਰਵਾਹ ਨਹੀਂ ਕਰਨੀ। ਅਸੀਂ ਇਸ ਤਰੀਕੇ ਦੇ ਨਾਲ ਜਿਹੜੇ ਹੁਣ ਆਪਾਂ ਜਦੋਂ ਸਫਰੇ ਸ਼ਹਾਦਤ ਦੇ ਦਿਨ ਚੱਲਦੇ ਪਏ ਨੇ ਔਰ ਅਲੱਗ-ਅਲੱਗ ਤਰੀਕਿਆਂ ਨਾਲ ਲੋਕ ਇਸ ਸ਼ਹਾਦਤ ਨੂੰ ਯਾਦ ਕਰਦੇ, ਸਲਾਮ ਕਰਦੇ, ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਖਾਸ ਕਰ ਸਿੱਖ ਪੰਥ ਦੇ ਲੋਕਾਂ ਨੂੰ ਵੀ ਔਰ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਵੀ, ਬੱਚਿਆਂ ਨੂੰ ਇਹ ਦੱਸਣਾ ਹੈ ਕਿ ਸ਼ਹਾਦਤ ਦਾ ਮਕਸਦ ਕੀ ਹੈ, ਇਹਦੀ ਰਿਵਾਇਤਾਂ ਕੀ ਨੇ। ਅੱਛਾ, ਜਦ ਤੱਕ ਮਕਸਦ ਜ਼ਿੰਦਾ ਰਹੇਗਾ ਤੇ ਇਹ ਸਮਝੋ ਕਿ ਤੁਹਾਡੀ ਸੱਚੀ ਸ਼ਰਧਾ ਜਿਹੜੀ ਹੈ ਉਹ ਕਾਇਮ ਰਹੇਗੀ। ਤੇ ਮਕਸਦ ਤਾਂ ਇੱਕੋ ਹੀ ਸੀ ਕਿ ਅਸੀਂ ਆਪਣੀ ਅਣਖ ਦੇ ਨਾਲ ਜੀਣ ਦਾ ਸੁਨੇਹਾ ਜਿਹੜਾ ਹੈ ਉਹ ਆਪਣੀ ਕੌਮ ਨੂੰ ਦਈਏ, ਤਾਂ ਕਿ ਜਿਹੜੀ ਅਣਖ ਹੁੰਦੀ ਹੈ ਉਹ ਇਨਸਾਨ ਨੂੰ ਸੱਚਾਈ ਔਰ ਹੱਕ ਦੇ ਰਸਤੇ ਦੇ ਉੱਤੇ ਰੱਖੇ। ਤੁਹਾਨੂੰ ਲੱਗਦਾ ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਪਤਾ ਹੈ ਕਿ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਸ਼ਹਾਦਤ ਦਿੱਤੀ, ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਆਪਣੇ ਪੁੱਤ ਬਾਰੇ, ਮਾਂ ਬਾਰੇ, ਤੇ ਲੱਗਦਾ ਕਿ ਸਾਡੇ ਬੱਚਿਆਂ ਨੂੰ ਉਹ ਸ਼ਹਾਦਤਾਂ ਬਾਰੇ ਪਤਾ ਅੱਜ ਕੱਲ੍ਹ? ਦੇਖੋ, ਇਹ 'ਚ ਮੈਂ ਤੁਹਾਡੀ ਇੱਕ ਗੱਲ ਨੂੰ ਵਧਾਉਣਾ ਵੀ ਹੈ ਔਰ ਮੈਂ ਸਮਝਦਾ ਕਿ ਇਹਦੇ 'ਚ ਥੋੜ੍ਹਾ ਜਿਹਾ ਤਬਦੀਲੀ ਵੀ ਹੋਣੀ ਚਾਹੀਦੀ ਹੈ। ਜਿੱਦਾਂ ਸਾਡੇ ਇਸਲਾਮ ਧਰਮ 'ਚ ਸਭ ਤੋਂ ਬੜੀ ਸ਼ਹਾਦਤ ਇਮਾਮ ਹੁਸੈਨ ਨੇ ਦਿੱਤੀ, ਉਹਨਾਂ ਦੇ ਸਾਰੇ ਬੱਚਿਆਂ ਨੇ ਦਿੱਤੀ। ਤੇ ਸਾਡੇ ਜਦੋਂ ਮੁਹੱਰਮ ਦਾ ਮਹੀਨਾ ਆਉਂਦਾ ਹੈ ਤੇ ਬਹੁਤ ਸਾਰੇ ਜਿਹੜੇ ਉਹਨੂੰ ਕਿਸੇ ਨੂੰ ਬਿਆਨ ਕਰਦੇ ਨੇ, ਉਹ ਜ਼ਾਹਿਰ ਜੀ ਗੱਲ ਹੈ ਕਿ ਗਮ ਦੇ ਦਿਨ ਹੈ, ਰੋਣਾ ਵੀ ਆਉਂਦਾ ਹੈ ਔਰ ਅਕਸਰ ਲੋਕਾਂ ਦੇ ਦਿਲ ਹਿਰਦੇ ਹੋ ਜਾਂਦੇ। ਤੇ ਇਹੀ ਅਗਰ ਅਸੀਂ ਫਤਿਹਗੜ੍ਹ ਸਾਹਿਬ ਦੇ ਇਹਨਾਂ ਹਾਲਾਤ ਨੂੰ ਪੜ੍ਹਦੇ ਜੋ ਸਾਹਿਬਜ਼ਾਦਿਆਂ ਦੇ ਨਾਲ ਹੋਇਆ, ਲੇਕਿਨ ਇਹਦੇ ਨਾਲ ਨਾਲ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਇਹ ਜਿਹੜੀ ਸ਼ਹਾਦਤ ਹੈ ਇਹ ਸਿਰਫ ਇਸ ਲਈ ਨਹੀਂ ਕਿ ਯਾਦ ਕਰਕੇ ਆਂਸੂ ਅੱਖਾਂ ਜਾਣ, ਬਲ ਇਸ ਲਈ ਹੈ ਕਿਉਂਕਿ ਇਹ ਸਾਡੀ ਜਿੱਦਾਂ ਫਤਿਹਗੜ੍ਹ ਸਾਹਿਬ ਹੈ, ਇਹ ਪੰਜਾਬੀਆਂ ਦੇ ਲਈ ਯੂਨੀਵਰਸਿਟੀ ਦਾ ਦਰਜਾ ਰੱਖਦਾ ਹੈ। ਯਾਨੀ ਇਹ ਸਾਨੂੰ ਸ਼ਹਾਦਤ ਹੋਈ ਕਿੱਦਾਂ, ਇਹ ਬਹੁਤ ਬੜੀ ਬਾਤ ਹੈ, ਲੇਕਿਨ ਸ਼ਹਾਦਤ ਦਿੱਤੀ ਕਿਉਂ, ਇਹ ਉਸ ਤੋਂ ਵੀ ਵੱਡੀ ਗੱਲ। ਕਿਉਂ ਦਿੱਤੀ ਇਹ ਬੱਚਿਆਂ ਨੂੰ ਯਾਦ ਹੋਣਾ ਚਾਹੀਦਾ। ਹੋਈ ਕਿੱਦਾਂ, ਉਹ 'ਚ ਚਾਹੇ 2-4 ਲਫ਼ਜ਼ ਘੱਟ ਜਾਣ, ਕਦੀ ਵੱਧ ਜਾਣ, ਮਤਲਬ ਕੋਈ ਵਾਕਿਆ ਪੂਰਾ ਆਇਆ ਨਹੀਂ ਆਇਆ ਉਹ ਠੀਕ ਹੈ, ਲੇਕਿਨ ਇਹਦੇ ਨਾਲ ਨਾਲ ਦਿੱਤੀ ਕਿਉਂ। ਜਦ ਤੱਕ ਮਕਸਦ, ਮੈਂ ਬਾਰ-ਬਾਰ ਇਸ ਗੱਲ ਨੂੰ ਤਾਂ ਕਹਿਣਾ ਕਿਉਂਕਿ ਸਾਨੂੰ ਆਪਣੇ ਜੀਵਨ 'ਚ ਇਹਨਾਂ ਗੱਲਾਂ ਨੂੰ ਇੰਪਲੀਮੈਂਟ ਕਰਨਾ। ਪੂਰੇ ਸਿੱਖ ਪੰਥ ਦੇ ਵਿੱਚ ਦਸ਼ਮੇਸ਼ ਪਿਤਾ ਨੂੰ ਅਗਰ ਤੁਸੀਂ ਦੇਖੋਗੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਔਰ ਮੁਸਲਮਾਨਾਂ ਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਭਾਈ ਮਰਦਾਨੇ ਤੋਂ ਲੈ ਕੇ ਫਿਰ ਨਬੀ ਖਾਂ, ਗਨੀ ਖਾਂ ਔਰ ਖਾਸ ਕਰ ਪੀਰ ਬੁੱਧੂ ਸ਼ਾਹ ਰਹਿਮਤੁल्लाह ਅਲੈਹ ਔਰ ਉਹਨਾਂ ਦੇ ਬੇਟਿਆਂ ਦੀ ਜਿਹੜੀ ਸ਼ਹਾਦਤ ਹੈ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਦੇ ਵਿੱਚ ਜਿਹੜੀ ਹੈ ਪੇਸ਼ ਕੀਤੀ ਗਈ। ਤੇ ਮੈਂ ਸਮਝਦਾ ਕਿ ਇਹ ਸ਼ਹਾਦਤ ਦਾ ਜਿਹੜਾ ਫਲਸਫਾ ਹੈ ਔਰ ਸ਼ਹਾਦਤ ਦਾ ਜਿਹੜਾ ਮਕਸਦ ਹੈ, ਇਹ ਹਮੇਸ਼ਾ ਸਾਡੀ ਆਉਣ ਵਾਲੀ ਨਸਲਾਂ ਦੇ ਵਿੱਚ ਜਿਹੜਾ ਉਹ ਜ਼ਿੰਦਾ ਰਹਿਣਾ ਚਾਹੀਦਾ। ਨਵਾਬ ਮਲੇਰਕੋਟਲਾ ਦਾ ਵੀ ਬਹੁਤ ਜ਼ਿਕਰ ਹੁੰਦਾ ਹੈ ਇਸ ਦੇ ਵਿੱਚ, ਕਹਿੰਦੇ ਨੇ ਕਿ ਉਹਨਾਂ ਨੇ ਮਨਾ ਕਰ ਦਿੱਤਾ ਸੀਗਾ ਉਹਨਾਂ ਨੂੰ ਸਜ਼ਾ ਦੇਣ ਦੀ, ਆਪਣੇ ਭਾਈ ਦਾ ਬਦਲਾ ਲੈਣ ਦੀ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਸਿਰਫ ਨਵਾਬ ਮਲੇਰਕੋਟਲਾ ਹੀ ਨਹੀਂ, ਮੈਂ ਸਾਰੇ ਪੰਜਾਬ ਦੇ, ਪੂਰੀ ਦੁਨੀਆ 'ਚ ਵਸਣ ਵਾਲੇ ਪੰਜਾਬੀ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਇੱਕ ਗੱਲ ਨੂੰ ਤਾਂ ਤੈਅ ਕਰ ਲਈਏ ਕਿ ਕੋਈ ਧਰਮ ਬੁਰਾ ਨਹੀਂ ਹੁੰਦਾ। ਅਗਰ ਕੋਈ ਮੁਖਬਰੀ ਕਰਨ ਵਾਲਾ ਹੈ ਤੇ ਫਿਰ ਉਸੇ ਧਰਮ ਦੇ ਲੋਕ ਜਿਹੜੇ ਨੇ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸੰਸਕਾਰ ਕਰਨ ਵਾਲੇ ਨੇ। ਅਗਰ ਗਲਤ ਫੈਸਲਾ ਕਰਨ ਵਾਲਾ ਕਾਜ਼ੀ ਹੈ ਤੇ ਉਸੇ ਧਰਮ ਦਾ ਨਵਾਬ ਮਲੇਰਕੋਟਲਾ ਉਹਦੇ ਲਈ ਹਾਂ ਦਾ ਨਾਰਾ ਮਾਰਨ ਵਾਲਾ ਹੈ। ਅਗਰ ਕੋਈ ਗਲਤ ਕੰਮ ਕਰਵਾ ਰਿਹਾ ਹੈ ਸੂਬਾ ਸਰਹੰਦ, ਤੇ ਉਸੇ ਧਰਮ ਦੇ ਮੰਨਣ ਵਾਲੇ ਨਬੀ ਖਾਂ ਤੇ ਗਨੀ ਖਾਂ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ। ਇਹਦਾ ਮਤਲਬ ਇਹ ਹੈ ਕਿ ਅਸੀਂ ਕੁਝ ਲੋਕਾਂ ਦਾ ਜਿਹੜਾ ਬੁਰਾ ਕਿਰਦਾਰ ਹੁੰਦਾ ਉਹਨੂੰ ਅਸੀਂ ਸਾਹਮਣੇ ਰੱਖ ਕੇ ਕਿਸੇ ਪੂਰੇ ਧਰਮ ਦੇ ਲੋਕਾਂ ਨੂੰ ਕਦੀ ਵੀ ਨਿੰਦਣ ਦੀ
ਕੋਸ਼ਿਸ਼ ਨਹੀਂ ਕਰਦੇ, ਬਲਕਿ ਜੋ ਸਾਨੂੰ ਪੰਜਾਬ ਦੀ ਰਵਾਇਤਾਂ 'ਚ ਔਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਸਾਹਮਣੇ ਅਜ਼ੀਮ ਰਵਾਇਤਾਂ ਪੇਸ਼ ਕੀਤੀਆਂ ਗਈਆਂ, ਉਹ 'ਚ ਦੱਸਿਆ ਗਿਆ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇੱਕ ਮੁਸਲਮਾਨ ਚੰਗਾ ਮੁਸਲਮਾਨ ਬਣੇ, ਇੱਕ ਹਿੰਦੂ ਜਿਹੜਾ ਉਹ ਚੰਗਾ ਹਿੰਦੂ ਬਣੇ। ਇਸ ਲਈ ਇਹ ਗੱਲ ਨੂੰ ਬਿਲਕੁਲ ਯਾਦ ਰੱਖਣਾ ਚਾਹੀਦਾ ਹੈ ਕਿ ਅਕਸਰ ਜਿਹੜਾ ਮਕਸਦ ਹੈ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਉਸ ਮਕਸਦ ਦੇ ਲਈ ਜਿਹੜੀ ਸ਼ਹਾਦਤਾਂ ਦਿੱਤੀਆਂ ਗਈਆਂ, ਜਦ ਵੀ ਅਸੀਂ ਇਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ, ਤੇ ਖਾਸ ਕਰ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਜਿਹੜੇ ਸਮਾਜਿਕ ਵਿਵਸਥਾ 'ਚ ਨੇ, ਧਰਮੀ ਲੋਕ ਨੇ, ਸ਼ਹਾਦਤਾਂ ਦੀ ਗੱਲ ਵੀ ਕਰਦੇ ਨੇ, ਜਾਂ ਅਸੀਂ ਕੋਈ ਸੇਵਾ ਕਰਦੇ ਹਾਂ ਜਾਂ ਲੰਗਰ ਲਾਉਂਦੇ ਹਾਂ, ਤੇ ਕੀ ਸਾਡੀ ਆਪਣੀ ਜਿਹੜੀ ਜ਼ਾਤੀ ਜ਼ਿੰਦਗੀ ਪਰਸਨਲ ਲਾਈਫ ਜਿਹੜੀ ਹੈ, ਕਿ ਉਹਦੇ ਵਿੱਚ ਕੋਈ ਨਾ ਕੋਈ ਐਸੀ ਝਲਕ ਨਜ਼ਰ ਆਉਂਦੀ ਕਿ ਸਾਡਾ ਵਤੀਰਾ ਜਿਹੜਾ ਸਾਡੇ ਮਾਂ-ਬਾਪ ਦੇ ਨਾਲ ਉਹ ਠੀਕ ਹੈ। ਅਸੀਂ ਜਿਹੜੇ ਬੱਚੇ ਸ਼ਹਾਦਤਾਂ ਲਈ ਅੱਜ ਯਾਦ ਕਰਦੇ ਨੇ ਜਾਂ ਸਾਹਮਣੇ ਆ ਕੇ ਲੋਕਾਂ ਦੇ ਨਾਲ ਗੱਲ ਕਰਦੇ ਨੇ, ਕੀ ਉਹ ਵੀ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਦੇ ਇਸੇ ਤਰ੍ਹਾਂ, ਕਿ ਉਹਨਾਂ 'ਚ ਵੀ ਉਹ ਜਜ਼ਬਾ ਹੈ ਕਿ ਜਿਹੜੇ ਲੋਕ ਸੇਵਾ ਕਰਨ ਲਈ ਜਾ ਰਹੇ ਨੇ, ਕਿ ਉਹ ਉਹਨਾਂ ਦੇ ਪੜੋਸੀ ਜਿਹੜੇ ਨੇ, ਉਹਨਾਂ ਦੇ ਜਿਹੜੇ ਗਵਾਂਢੀ ਨੇ, ਜਾਂ ਉਹਨਾਂ ਦੇ ਜਿਹੜੇ ਸ਼ਰੀਕੇ ਨੇ, ਜਾਂ ਉਹਨਾਂ ਦੇ ਬਿਲਕੁਲ ਕਰੀਬ ਲੋਕ ਨੇ ਜਿਹੜੇ ਬਹੁਤ ਗਰੀਬ ਨੇ, ਕਿ ਉਹ ਉਹਨਾਂ ਵੱਲ ਵੀ ਧਿਆਨ ਦੇ ਰਹੇ ਨੇ। ਮਤਲਬ ਤਾਂ ਇਹ ਕਿ ਅਗਰ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ, ਤੇ ਜਿੰਨੇ ਵੀ ਮਹਾਂਪੁਰਸ਼ ਤੁਹਾਨੂੰ ਮਿਲਣਗੇ, ਉਹਨਾਂ ਨੇ ਪਹਿਲਾਂ ਆਪਣੇ ਜਿਹੜੇ ਨੇੜੇ ਦੇ ਲੋਕ ਸੀ, ਬਿਲਕੁਲ ਕਰੀਬ ਦੇ ਲੋਕ, ਪਹਿਲਾਂ ਉਹਨਾਂ ਨੂੰ ਸਮਰਥ ਕੀਤਾ, ਪਹਿਲਾਂ ਉਹਨਾਂ ਦੀ ਮਦਦ ਕੀਤੀ, ਪਹਿਲਾਂ ਉਹਨਾਂ ਦੀ ਸੁਣੀ, ਔਰ ਜਿਹੜਾ ਵੀ ਕੋਈ ਉਹਨਾਂ ਦੇ ਦਰਵਾਜ਼ੇ ਤੱਕ ਆਇਆ, ਜੋ ਵੀ ਮੰਗਣ ਆਇਆ, ਚਾਹੇ ਉਹ ਰੋਟੀ ਮੰਗਣ ਆਇਆ, ਕੱਪੜਾ ਮੰਗਣ ਆਇਆ, ਹੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋ ਤਾਂ ਕਸ਼ਮੀਰੀ ਪੰਡਤ ਪਨਾਹ ਮੰਗਣ ਲਈ ਆਏ, ਆਪਣਾ ਧਰਮ ਬਚਾਉਣ ਲਈ ਆਏ, ਤੇ ਫਿਰ ਜਿਹੜਾ ਵੀ ਦਰਵਾਜ਼ੇ ਤੱਕ ਆਇਆ ਉਹਦੀ ਜ਼ਰੂਰਤ ਜਿਹੜੀ ਹੈ ਉਹ ਪੂਰੀ ਕੀਤੀ ਗਈ। ਤੇ ਮੈਂ ਇਹ ਕਹਿਣਾ ਚਾਹੁੰਦਾ, ਇਸ ਬਹੁਤ ਵੱਡੇ ਅਜ਼ੀਮ ਮਕਸਦ ਦੇ ਮੌਕੇ 'ਤੇ, ਇਸ ਬਹੁਤ ਬੜੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਕੁਛ ਨਾ ਕੁਛ ਹਰ ਸਾਲ ਇੱਕ ਨਾ ਇੱਕ ਨੇਕੀ ਦਾ ਜਿਹੜਾ ਉਹ ਵਾਅਦਾ ਜ਼ਰੂਰ ਕਰਨਾ ਚਾਹੀਦਾ। ਸ਼ਹਾਦਤ ਨੂੰ ਯਾਦ ਕਿਸ ਤਰ੍ਹਾਂ ਕਰਨਾ ਚਾਹੀਦਾ? ਕਿਉਂਕਿ ਕਈ ਲੋਕਾਂ ਦੇ ਬਹੁਤ ਢੰਗ ਹੁੰਦੇ ਨੇ, ਕੋਈ ਲੰਗਰ ਲਗਾਉਂਦੇ ਨੇ, ਚਾਹ ਦੇ ਲੰਗਰ ਲਗਾਉਂਦੇ ਨੇ, ਦੁੱਧ ਦੇ ਲੰਗਰ ਲਗਾਉਂਦੇ। ਸ਼ਹਾਦਤ ਨੂੰ ਅਸਲ ਤਰੀਕੇ 'ਚ ਯਾਦ ਕਿਸ ਤਰ੍ਹਾਂ ਕਰੀਏ? ਮੈਂ ਸਮਝਦਾ ਸ਼ਹਾਦਤ ਨੂੰ ਆਪਣੀ ਪ੍ਰੈਕਟੀਕਲ ਲਾਈਫ 'ਚ ਯਾਦ ਕਰਨਾ ਚਾਹੀਦਾ। ਮਿਸਾਲ ਦੇ ਤੌਰ 'ਤੇ ਕੋਈ ਦੋ ਧਿਰਾਂ ਦਾ ਫੈਸਲਾ ਹੈ, ਇੱਕ ਧਿਰ ਜਿਨ੍ਹਾਂ ਸਾਡੀ ਰਿਸ਼ਤੇਦਾਰੀ ਹੈ ਜਾਂ ਉਹ ਸਾਡੇ ਧਰਮ ਦੇ ਹੈ, ਔਰ ਉੱਥੇ ਫਿਰ ਹੱਕ ਔਰ ਸੱਚ ਦੇ ਲਈ ਦੂਜਾ ਮਜ਼ਲੂਮ ਬੰਦਾ ਮਰਦਾ ਤੇ ਅਸੀਂ ਚੁੱਪ ਹੋ ਜਾਂਦੇ, ਤੇ ਇਹਦਾ ਮਤਲਬ ਫਿਰ ਅਸੀਂ ਹਜੇ ਸ਼ਹਾਦਤ ਦੇ ਫਲਸਫੇ ਨੂੰ ਨਹੀਂ ਸਮਝੇ। ਜਾਂ ਫਿਰ ਕੋਈ ਸਾਡੇ ਤੋਂ ਬਹੁਤ ਤਕੜਾ ਧਨਾੜ ਬੰਦਾ ਕਿਸੇ ਦੇ ਨਾਲ ਜ਼ੁਲਮ ਕਰਦਾ, ਔਰ ਲੋਕਾਂ ਦੇ ਵਾਂਗੂ ਅਸੀਂ ਵੀ ਚੁੱਪ ਹੋ ਕੇ ਖੜੇ ਦੇਖਦੇ ਰਹਿੰਦੇ, ਉਸ ਜ਼ੁਲਮ ਨੂੰ ਹੋਣ ਦਿੰਦੇ ਹਾਂ, ਇਹਦਾ ਮਤਲਬ ਫਿਰ ਅਸੀਂ ਅਜੇ ਸ਼ਹਾਦਤ ਦੇ ਫਲਸਫੇ ਨੂੰ ਨਹੀਂ ਸਮਝੇ। ਸ਼ਹਾਦਤ ਦਾ ਫਲਸਫਾ ਕਿਸੇ ਦਿਨ ਦਾ ਮੁਹਤਾਜ ਨਹੀਂ ਹੈ। ਸ਼ਹਾਦਤ ਦਾ ਫਲਸਫਾ ਤਾਂ ਤੁਹਾਡੇ ਵਿਵਹਾਰ ਦੇ ਵਿੱਚ ਪਾਇਆ ਜਾਂਦਾ ਹੈ, ਔਰ ਅਗਰ ਤੁਸੀਂ ਆਪਣੇ ਵਿਵਹਾਰ ਦੇ ਪ੍ਰਤੀ, ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਵਪਾਰ ਕਰਦੇ ਪਏ ਹੋ, ਔਰ ਤੁਹਾਨੂੰ ਪਤਾ ਹੈ ਕਿ ਇਹ ਚੀਜ਼ ਖਰਾਬ ਹੈ ਔਰ ਮੈਂ ਆਪਣੇ ਗਾਹਕ ਨੂੰ ਨਹੀਂ ਦੇਣੀ, ਫਿਰ ਧੋਖਾ ਦੇ ਰਹੇ ਹੋ, ਇਹਦਾ ਮਤਲਬ ਹਜੇ ਤੁਸੀਂ ਦਿਲੋਂ ਜਿਹੜਾ ਉਸ ਫਲਸਫੇ ਨੂੰ ਤਸਲੀਮ ਨਹੀਂ ਕਰਦੇ ਪਏ। ਇਹ ਤਾਂ ਰੋਜ਼ਾਨਾ ਦੇ ਆਪਣੇ ਵਿਵਹਾਰ ਦੇ ਵਿੱਚ ਅਗਰ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਆਵਾਂਗੇ, ਤਾਂ ਹੀ ਸਾਡੇ ਵੱਲੋਂ ਸੱਚਾ ਸਲਾਮ ਜਿਹੜਾ ਉਹ ਹੋ ਸਕਦਾ। ਤੁਸੀਂ ਇਸ ਸਪਤਾਹ ਦੇ ਵਿੱਚ ਕਿਸ ਤਰ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਆ, ਕਿਸ ਤਰ੍ਹਾਂ ਦਾ ਕਰਦੇ ਹੋ ਤੁਸੀਂ ਸ਼ਹਾਦਤ ਨੂੰ ਯਾਦ? ਦੇਖੋ, ਐਸਾ ਹੈ ਕਿ ਇਸਲਾਮ 'ਚ ਬੜੇ ਬੜੇ ਲੋਕ ਜਿਹੜੇ ਅੱਜ ਤੱਕ ਗੁਜ਼ਰੇ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਵੀ, ਤੇ ਹਜ਼ਰਤ ਸੁਲਤਾਨ ਸਲਾਹੁਦੀਨ ਅਯੂਬੀ ਦਾ ਕੌਲ ਵੀ ਹੈ ਬਹੁਤ ਮਸ਼ਹੂਰ, ਕਿ ਜਿਹੜੇ ਦੁਨੀਆ 'ਚ ਬਹਾਦਰ ਲੋਕ ਗੁਜ਼ਰੇ ਨੇ, ਬੜੇ ਲੋਕ ਗੁਜ਼ਰੇ ਨੇ, ਔਰ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਤੇ ਉਹਨਾਂ ਦਾ ਚਾਹੇ ਧਰਮ ਜਿਹੜਾ ਮਰਜ਼ੀ ਹੋਵੇ, ਉਹਨਾਂ ਦੀ ਕੁਰਬਾਨੀ ਨੂੰ ਪਹਿਲਾਂ ਤਸਲੀਮ ਕੀਤਾ ਜਾਏ, ਸੱਚੇ ਦਿਲੋਂ ਸਲਾਮ ਜਿਹੜਾ ਉਹ ਪੇਸ਼ ਕੀਤਾ ਜਾਏ। ਇਹ ਦਿਨ ਜਿਹੜੇ ਆਉਂਦੇ ਨੇ, ਇਹਨਾਂ ਦਿਨਾਂ ਦੇ ਵਿੱਚ ਜਦ ਅਸੀਂ ਵਾਕਿਆਤ ਪੜ੍ਹਦੇ ਹਾਂ ਤੇ ਪਤਾ ਲੱਗਦਾ ਹੈ ਕਿ ਪੋਹ ਦੇ ਦਿਨਾਂ ਦੇ ਵਿੱਚ ਇੱਕ ਲਾਸਾਨੀ ਸ਼ਹਾਦਤ ਜਿਹੜੀ ਹੈ ਉਹ ਪੰਜਾਬ ਦੀ ਜ਼ਮੀਨ ਦੇ ਉੱਤੇ, ਔਰ ਖਾਸ ਕਰ ਜਿਹੜੀ ਧਰਤੀ 'ਤੇ ਆਪਾਂ ਲੋਕ ਅੱਜ ਕੱਲ੍ਹ ਵੱਸਦੇ ਪਏ ਹਾਂ, ਪੰਜਾਬ ਆਹ ਵਾਲਾ ਚੜ੍ਹਦਾ ਪੰਜਾਬ, ਇਸ ਧਰਤੀ ਦੇ ਉੱਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਹੈ ਹੋਈ। ਔਰ ਇਸ ਲਈ ਮੈਂ ਸਮਝਦਾ ਕਿ ਜਦੋਂ ਇਹ ਦਿਨ ਆਉਂਦੇ ਨੇ ਤੇ ਆਟੋਮੈਟਿਕ ਹੀ ਤਕਰੀਬਨ ਸਾਰੇ ਪੰਜਾਬੀਆਂ ਦੀ ਜਿਹੜੀ ਤਵੱਜੋ ਹੈ ਉੱਧਰਲੇ ਪਾਸੇ ਚੱਲ ਜਾਂਦੀ ਹੈ, ਤੇ ਅਸੀਂ ਅਕਸਰ ਇਹਦਾ ਜ਼ਿਕਰ ਜਿਹੜਾ ਉਹ ਆਪਣੀ ਮਜਲਿਸਾਂ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ ਕਰਦੇ ਹਾਂ, ਔਰ ਫਿਰ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੀ ਉਹਨਾਂ ਨੂੰ, ਉਹਨਾਂ ਦਾ ਜਿਹੜਾ ਫਲਸਫੇ ਦੀ ਗੱਲ ਹੈ, ਇਹਨੂੰ ਅਗਲੀ ਨਸਲ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ। ਅਲੱਗ-ਅਲੱਗ ਤਰ੍ਹਾਂ ਜਿੱਥੇ ਲੰਗਰ ਲੱਗਦੇ ਨੇ, ਜਾਂ ਤੁਸੀਂ ਇਹ ਗੁਰਦੁਆਰਾ ਸਾਹਿਬਾਨ 'ਤੇ ਅਸੀਂ ਇੱਕ ਪ੍ਰੋਗਰਾਮ ਜਿਹੜਾ ਸਾਡੇ ਗੁਰਸਾਹਿਬ ਸਿੰਘ ਜੀ ਨੇ ਔਰ ਕੁਛ ਹੋਰ ਮੇਰੇ ਦੋਸਤ ਨੇ, ਸਰਦਾਰ ਪਰਮਪਾਲ ਸਿੰਘ ਸੱਭਰਵਾਂ ਨੇ, ਤੇ ਅਸੀਂ ਸਾਡੇ ਆਪਣੇ ਇੱਕ ਦੋ ਹਿੰਦੂ ਸਮਾਜ ਦੇ ਅੱਛੇ ਜੈਂਟਲਮੈਨ ਨੇ,
ਤੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਵੀ ਇਹਨਾਂ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਵੱਡੀ ਗਿਣਤੀ 'ਚ ਸੰਗਤ ਜਿਹੜੀ ਹੈ ਇਕੱਠੀ ਹੁੰਦੀ ਹੈ, ਉਹਨਾਂ ਦੇ ਨਾਲ ਬਹਿ ਕੇ ਆਪਣੀ ਸਾਂਝ ਵੀ ਪਾਈਏ ਤੇ ਸ਼ਹਾਦਤ ਦਾ ਜਿਹੜਾ ਫਲਸਫਾ ਹੈ ਉਹਨੂੰ ਘੱਟੋ ਘੱਟ ਉਹਨਾਂ ਲੋਕਾਂ ਤੱਕ ਉਹਨਾਂ ਲਫ਼ਜ਼ਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸੌਖੇ ਸ਼ਬਦਾਂ ਦੇ ਵਿੱਚ ਲੋਕ ਇਸ ਫਲਸਫੇ ਨੂੰ ਸਮਝ ਸਕਣ ਔਰ ਉਹ ਸੱਚੀ ਤਰ੍ਹਾਂ ਸਲਾਮ ਪੇਸ਼ ਕਰ ਸਕਣ। ਇਮਾਮ ਸਾਹਿਬ, ਉਹ ਲੋਕ ਕੌਣ ਨੇ ਜਿਹੜੇ ਧਰਮ ਦੇ ਨਾਂ ਤੇ ਵੰਡੀਆਂ ਪਾਉਂਦੇ ਨੇ? ਫਿਰ ਬੱਚਿਆਂ ਦੀ ਸ਼ਹਾਦਤ ਹੁੰਦੀ ਹੈ, ਸਾਹਿਬਜ਼ਾਦਿਆਂ ਦੀ, ਬੱਚੇ ਕਹਿੰਦੇ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ, ਫਿਰ ਇੱਦਾਂ ਦੇ ਲੋਕ ਕੌਣ ਨੇ ਉਹ ਜਿਹੜੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਨੇ? ਇੱਦਾਂ ਹੈ ਕਿ ਪੰਜਾਬ ਮੁੱਢ ਤੋਂ ਹੀ ਬੜਾ ਤਾਕਤਵਰ ਸੂਬਾ ਰਿਹਾ ਔਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਹੋਣੀਆਂ ਸੰਭਾਵਕ ਹੈ, ਕਿਉਂਕਿ ਜਿਹੜੀਆਂ ਕੌਮਾਂ, ਜਿਹੜੇ ਲੋਕ ਜ਼ਿਆਦਾ ਤਾਕਤਵਰ ਹੁੰਦੇ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਰਹਿੰਦੀ ਹੈ ਤੇ ਅਕਸਰ ਐਸੀਆਂ ਤਾਕਤਾਂ ਜਿਨ੍ਹਾਂ ਨੂੰ ਖੁਸ਼ਹਾਲ ਪੰਜਾਬ ਅੱਜ ਵੀ ਦੇਖੋ, ਜਿੱਥੇ ਇੱਕ ਪਾਸੇ ਪੂਰੇ ਦੇਸ਼ 'ਚ ਕਈ ਜਗ੍ਹਾ ਫਿਰਕਾ ਪ੍ਰਸਤੀ ਦੀ ਜਿਹੜੀ ਬੜੀ ਤੇਜ਼ ਹਵਾ ਚੱਲਦੀ ਹੈ, ਉਹਦੇ ਬਾਵਜੂਦ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਆਪਸ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਬੜੀ ਮਜ਼ਬੂਤੀ ਦੇ ਨਾਲ ਆਪਸ 'ਚ ਬਣੀ ਹੈ ਤੇ ਸਹੀ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਸਾਰੀਆਂ ਤਾਕਤਾਂ ਐਸੀਆਂ ਨੇ ਜਿਨ੍ਹਾਂ ਨੂੰ ਇਹ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਤਰ੍ਹਾਂ ਸਾਡੇ ਨਾਲ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣੀ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਦਾ ਵੀ ਦੱਸਿਆ ਕਿ ਕਿਸ ਤਰ੍ਹਾਂ ਸ਼ਹਾਦਤ ਦੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਤੇ ਕਿਸ ਤਰ੍ਹਾਂ ਅਸੀਂ ਉਸ ਰਾਹ 'ਤੇ ਚੱਲੀਏ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜ਼ਰੂਰ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਰਮਜੀਤ ਸਿੰਘ ਰੋਜ਼ਾਨਾ ਸਪੋਕਸਮੈਨ ਲੁਧਿਆਣਾ। ਛੋਟੇ ਸਾਹਿਬਜ਼ਾਦੇ ਸ਼ਹਾਦਤ ਦੇ ਦਿਨ ਚੱਲਣ ਦੇ ਹੈ, ਅਸਲ ਦਾ ਮਕਸਦ ਕੀ ਹੈ ਇਹ ਆਪਾਂ ਮੁਸਲਮਾਨ ਦੀ ਜ਼ਬਾਨ ਦੇ ਵਿੱਚੋਂ ਸੁਣਦੇ ਸੀਗੇ। ਬਿਲਕੁਲ ਸੱਚੀਆਂ ਗੱਲਾਂ, ਬਿਲਕੁਲ ਹਕੀਕਤ ਗੱਲਾਂ ਕਿ ਸ਼ਹਾਦਤ ਦਾ ਅਸਲ ਮਤਲਬ ਕੀ ਹੈ। ਸ਼ਹਾਦਤ ਦਾ ਮਤਲਬ ਇਹ ਨਹੀਂ ਹੈ ਕਿ ਪੈਸੇ ਆ ਜਾਣਾ ਹੈ। ਬਾਦਸ਼ਾਹ ਦੇ ਕੋਲ ਕੀ ਸੀਗਾ? ਪੈਸਾ ਸੀ ਉਹਦੇ ਕੋਲ ਦੁਨੀਆ ਦੀ ਹਰ ਇੱਕ ਚੀਜ਼ ਸੀ, ਤਾਕਤ ਉਹਦੇ ਕੋਲ, ਹਾਥੀ ਉਹਦੇ ਕੋਲ। ਕੀ ਉਹ ਕਾਮਯਾਬ ਹੋ ਗਿਆ ਹੈ? ਮਤਲਬ ਕਿ ਸ਼ਹਾਦਤ ਦਾ ਮਤਲਬ ਕੀ ਹੈ? ਮੌਲਾਨਾ ਸਾਹਿਬ ਨੇ ਜਿਹੜਾ ਫਲਸਫਾ ਦੱਸਿਆ ਨਾ ਕਿ ਸਾਨੂੰ ਉਹਨੂੰ ਦਿਨ 'ਚ ਰੱਖਣਾ ਚਾਹੀਦਾ। ਸਿਰਫ ਇਹ ਨਹੀਂ ਹੈ ਕਿ ਸ਼ਹਾਦਤ ਵਾਲੇ ਦਿਨ ਅਸੀਂ ਲੰਗਰ ਲਾ ਲਈਏ ਤੇ ਆਂਸੂ ਬਹਾ ਲਈਏ ਤੇ ਬਾਅਦ ਵਿੱਚ ਫਿਰ ਉਹੀ ਲੁੱਟਮਾਰ ਸ਼ੁਰੂ ਕਰ ਦਈਏ, ਬਦਲਾਅ ਹੀ ਨਾ ਆਵੇ। ਹਾਂਜੀ, ਬਦਲਾਅ ਨਾ ਆਵੇ। ਅੱਛਾ, ਉਹਨਾਂ ਨੇ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੇ ਦੁਨੀਆ ਨੂੰ ਮੈਸੇਜ ਕੀ ਦਿੱਤਾ? ਹਾਂ ਬਿਲਕੁਲ, ਉਹਨਾਂ ਨੇ ਦੁਨੀਆ ਨੂੰ ਮੈਸੇਜ ਇਹ ਦਿੱਤਾ ਵੈ ਕਿ ਤੁਸੀਂ ਹੱਕ ਦੀ ਸੱਫ ਦੇ ਵਿੱਚ ਖਲੋਵੋ, ਹੱਕ ਤੇ ਗੱਲ ਕਰੋ। ਇਹ ਨਾ ਦੇਖੋ ਕੀ ਫਾਇਦਾ ਹੋ ਰਿਹਾ ਵੈ, ਇਹਦਾ ਕੀ ਸਾਨੂੰ ਰਿਜ਼ਲਟ ਮਿਲੇਗਾ। ਜ਼ੁਲਮ ਦੇ ਖਿਲਾਫ ਨਹੀਂ, ਕਿ ਜ਼ੁਲਮ ਦੇ ਨਾਲ ਨਹੀਂ ਖਲੋਣਾ। ਤੁਸੀਂ ਜ਼ੁਲਮ ਦੇ ਖਿਲਾਫ, ਤੁਸੀਂ ਜ਼ੁਲਮ ਦੇ ਨਾਲ ਤੁਸੀਂ ਲੜਨਾ ਵੈ। ਭਾਵੇਂ ਤੁਹਾਡੀ ਜਾਨ ਜਾਂਦੀ ਹੈ ਜਾਵੇ, ਭਾਵੇਂ ਤੁਹਾਡਾ ਮਾਲ ਜਾਂਦਾ ਜਾਵੇ, ਭਾਵੇਂ ਤੁਹਾਡਾ ਕੋਈ ਚੀਜ਼ ਜਾਂਦੀ ਹੈ ਜਾਵੇ, ਲੇਕਿਨ ਹੱਕ ਦਾ ਸਾਥ ਜਿਹੜਾ, ਹੱਕ ਦੇ ਉੱਤੇ ਰਹੋਗੇ, ਇਹੋ ਹੀ ਕਾਮਯਾਬੀ ਹੈ। ਹੱਕ ਜਿਹੜਾ ਵਾ ਉਹੀ ਰਹਿੰਦਾ ਪਿੱਛੇ। ਦੇਖੋ ਅਸਲ ਉਹਨਾਂ ਦੀ ਮਤਲਬ ਕਿ ਮੌਲਾਨਾ ਉਸਮਾਨ ਲੁਧਿਆਣਵੀ ਸਾਹਿਬ ਨੇ ਇਹੋ ਹੀ ਚੀਜ਼ ਦੱਸੀ ਹੈ ਕਿ ਅਸਲ ਕਾਮਯਾਬੀ ਕੀ ਹੈ। ਸ਼ਹਾਦਤ ਦਾ ਮਕਸਦ ਵੀ ਇਹ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਉਹਨੂੰ ਲਿਆਉਣਾ ਚਾਹੀਦਾ ਵੈ। ਉਹ ਹਰ ਰੋਜ਼ ਬੰਦਾ ਉਹਨੂੰ ਕਰ ਸਕਦਾ, ਇੰਪਲੀਮੈਂਟੇਸ਼ਨ ਇਹਦੀ ਕਰ ਸਕਦਾ ਵੈ। ਸਿਰਫ 10 ਦਿਨ ਨਹੀਂ, ਪੂਰਾ ਸਾਲ ਹੀ। ਇਹ ਪੂਰਾ ਸਾਲ ਹੀ ਸਾਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਜ਼ੁਲਮ ਕਿੱਥੇ ਕਰਨੇ ਹੈ, ਹੱਕ ਤੇ ਹੈ ਵਾ ਕਿ ਨਹੀਂ ਹੈਗੇ ਕਿ ਨਹੀਂ ਹੈਗੇ। ਅੱਜ ਸਾਡੀ ਗੌਰਮੈਂਟ ਕਿੱਥੇ ਹੈ? ਅੱਜ ਅਸੀਂ ਸੌਦਾ ਪਾਇਆ 1 ਨੰਬਰ ਪਾਇਆ ਕਿ 2 ਨੰਬਰ ਕੀਤੀ ਹੈ। ਅੱਜ ਅਸੀਂ ਕਿਸਾਨੀ ਕਰਨ ਦਿਆ ਵਾ, ਉਹ 1 ਨੰਬਰ ਚੀਜ਼ ਦਿੰਦਾ ਕਿ 2 ਨੰਬਰ ਚੀਜ਼ ਦਿੰਦਾ ਵਾ? ਅਗਰ 2 ਨੰਬਰ ਚੀਜ਼ ਦਿੰਦਾ ਤੇ ਜ਼ਾਲਮ। ਮਕਸਦ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ, ਆਪਣੀ ਜ਼ਿੰਦਗੀ ਵਿੱਚ ਲਿਆ ਕੇ ਬਦਲਾਅ ਲਿਆਉਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ। ਮੌਲਾਨਾ ਸਾਹਿਬ ਦਾ ਇਹੋ ਹੀ ਉਹਨਾਂ ਦਾ ਸੀਗਾ ਮੈਸੇਜ ਕਿ ਅਸਲ ਦੇ ਵਿੱਚ ਮੈਸੇਜ ਕੀ ਹੈ, ਸ਼ਹਾਦਤ ਦਾ ਮਤਲਬ ਕੀ ਹੈ। ਬਾਕੀ ਸਾਨੂੰ ਵੀਡੀਓ ਬੜੀ ਜ਼ਿਆਦਾ ਅੱਛੀ ਲੱਗੀ ਹੈ। ਬਾਕੀ ਜੋ ਅਸੀਂ ਆਪਣੀ ਮੁਸਲਮਾਨੀਅਤ ਦੀ ਨਜ਼ਰ ਵਿੱਚ ਜੋ ਅਸੀਂ ਸਮਝਦੇ ਸੀ ਉਹ ਤੁਹਾਨੂੰ ਦੱਸ ਦਿੱਤਾ। ਕਿ ਤੁਹਾਡਾ ਕੀ ਖਿਆਲ ਹੈ, ਤੁਹਾਡੀ ਕੀ ਰਾਏ, ਤੁਸੀਂ ਕਮੈਂਟ ਬਾਕਸ ਲਾਜ਼ਮੀ ਦੱਸੋ। ਇਸ ਚਾਹੀਦੀ ਵੀਡੀਓ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਾਸਤੇ। ਜ਼ਿਆਦਾ ਚਾਹੁੰਦੇ ਹਾਂ। ਅੱਲਾ ਹਾਫਿਜ਼।